Students, how are you? Welcome to your botany lecture. Beta, we have started Cycas and today we are going to read Cycas megasporophyll. Megasporophyll is a female reproductive part. In Cycas, female cone is absent. Female cone is also known as strobilus. It is absent, but in place of cone, megasporophyll is present as a female reproductive part. ਮੈਗਾਸਪੋਰੋਫਿਲ ਜਿਹੜਾ ਆ ਉਹ ਸੈਂਟਰ ਜਾਂ ਟਰੰਕ ਦੀ ਅਪੈਕਸ ਤੇ ਪ੍ਰੈਜ਼ੈਂਟ ਹੁੰਦਾ ਆ ਔਰ ਇਹ ਸੈਂਟਰ ਦੇ ਵਿੱਚ ਔਰ ਇਹਦੇ ਥੱਲੇ ਤੋਂ ਕਰਾਊਨ ਆਫ ਫੋਲੀਏਜ ਲੀਵਸ ਜਾਂ ਸਕੇਲੀ ਲੀਵਸ ਨਿਕਲਦੇ ਆ। ਤਾਂ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਕਿ ਇਹ ਮੈਗਾਸਪੋਰੋਫਿਲਸ ਆ ਕਿ ਲੀਵਸ ਆ, ਕਿਉਂਕਿ ਇਹਨਾਂ ਦਾ ਸਟਰਕਚਰ ਜਿਹੜਾ ਆ ਉਹ ਫੋਲੀਏਜ ਲੀਵਸ ਵਰਗਾ ਹੀ ਦਿਖਦਾ ਆ। ਜਾਂ ਅਸੀਂ ਕਹਿ ਸਕਦੇ ਹਾਂ ਕਿ ਮੈਗਾਸਪੋਰੋਫਿਲਸ ਆਰ ਦਾ ਮੋਡੀਫਾਈਡ ਆਫ ਫੋਲੀਏਜ ਲੀਵ, ਮੋਡੀਫਿਕੇਸ਼ਨ ਹੀ ਹੈ ਇੱਕ ਤਰ੍ਹਾਂ ਦੀ, ਇੱਦਾਂ ਮੰਨ ਲੈਂਦੇ ਆ। ਹੁਣ ਮੈਗਾਸਪੋਰੋਫਿਲਸ ਜਿਹੜੇ ਆ ਉਹ ਸ਼ੇਪ ਸਾਈਜ਼ 'ਚ ਵੇਰੀ ਕਰਦੇ ਆ। ਕਈਆਂ ਦੇ ਵਿੱਚ 20 ਸੈਂਟੀਮੀਟਰ ਜਾਂ ਉਹ ਤੋਂ ਵੀ ਜ਼ਿਆਦਾ ਲੈਂਥ ਦੇ ਹੋ ਸਕਦੇ ਆ। ਹੁਣ ਮੈਗਾਸਪੋਰੋਫਿਲ ਜਿਹੜਾ ਆ ਵੈਸੇ ਇੱਕ ਸਾਲ 'ਚ ਇੱਕੋ ਹੀ ਨਿਕਲਦਾ ਆ, ਪਰ ਇਹ ਹੁੰਦੇ ਬਹੁਤ ਜ਼ਿਆਦਾ ਆ। ਦੇਖੋ ਗਰੁੱਪ ਆਫ ਮੈਗਾਸਪੋਰੋਫਿਲਸ ਆ, ਇਹ ਨਹੀਂ ਹੈਗਾ ਕਿ ਇਕੱਲਾ ਇੱਕ ਹੋਏਗਾ, ਪੂਰਾ ਇੱਦਾਂ ਝੁਰਮੁਟ ਦਿਖੇਗਾ ਤੁਹਾਨੂੰ ਮੈਗਾਸਪੋਰੋਫਿਲਸ ਦਾ। ਅਤੇ ਇਹਨੂੰ ਅਸੀਂ ਰੋਜ਼ੈਟ ਵੀ ਕਹਿ ਸਕਦੇ ਹਾਂ। ਹੁਣ ਮੈਗਾਸਪੋਰੋਫਿਲ ਜਿਹੜਾ ਆ ਉਹ 3 ਪਾਰਟਸ 'ਚ ਡਿਵਾਈਡਡ ਹੁੰਦਾ ਆ। ਅੱਪਰ ਪਾਰਟ ਲੀਫ ਲਾਈਕ ਹੁੰਦਾ ਆ, ਪਰ ਉਹ ਲੀਫ ਜਿਹੜੀ ਇਸ ਤਰ੍ਹਾਂ ਲੋਬਸ 'ਚ, ਪਿੰਨੇ 'ਚ, ਜਾਂ ਅਸੀਂ ਕਹਿ ਸਕਦੇ ਹਾਂ ਲੈਮੀਨਾ ਵੀ ਇਹਨੂੰ ਕਹਿ ਸਕਦੇ ਹਾਂ, ਡਿਵਾਈਡਡ ਹੁੰਦੀ ਆ। ਡੈਂਟੇਟ ਮਾਰਜਿਨ ਅਸੀਂ ਕਹਿ ਸਕਦੇ ਹਾਂ ਇਹਦੀ। ਫਿਰ ਸੈਕਿੰਡ ਜਿਹੜਾ ਹੈਗਾ ਮਿਡਲ ਪੋਰਸ਼ਨ, ਇਹਦੇ ਵਿੱਚ ਓਵਿਊਲਸ ਪ੍ਰੈਜ਼ੈਂਟ ਹੁੰਦੇ ਆ। ਇਹ ਫਰਟਾਈਲ ਪੋਰਸ਼ਨ ਹੁੰਦਾ ਆ, ਇਹਦੇ 'ਚ ਓਵਿਊਲਸ ਪ੍ਰੈਜ਼ੈਂਟ ਹੁੰਦੇ ਆ ਇਨ ਪੇਅਰਸ। ਅਤੇ ਥੱਲੇ ਛੋਟਾ ਜਿਹਾ ਰਿਡਿਊਸਡ ਸਟਾਕ ਪ੍ਰੈਜ਼ੈਂਟ ਹੁੰਦਾ ਆ, ਇਹਨੂੰ ਪੀਟੀਓਲਰ ਪੋਰਸ਼ਨ ਵੀ ਅਸੀਂ ਕਹਿੰਦੇ ਹਾਂ। ਹੁਣ ਓਵਿਊਲ ਸਿਸਾਈਲ ਹੁੰਦੇ ਆ, ਕਿਉਂਕਿ ਤੁਹਾਨੂੰ ਦੇਖੋ ਡਾਇਰੈਕਟ ਲੱਗੇ ਹੋਏ ਆ, ਕਿਤੇ ਵੀ ਤੁਹਾਨੂੰ ਕਿਤੇ ਸਟਾਕ ਨਹੀਂ ਦਿਖ ਰਿਹਾ, ਤਾਂ ਓਵਿਊਲ ਸਿਸਾਈਲ ਹੁੰਦੇ ਆ। ਪਰ ਆ ਜਿਹੜਾ ਮੈਗਾਸਪੋਰੋਫਿਲ ਆ ਇਹਦੇ ਵਿੱਚ ਛੋਟਾ ਜਾਂ ਥੋੜ੍ਹਾ ਜਿਹਾ ਵੱਡਾ ਜਿਹੜਾ ਪੀਟੀਓਲ ਜਾਂ ਸਟਾਕ ਹੋ ਸਕਦਾ ਆ, ਹੁੰਦਾ ਆ। ਹੁਣ ਜਦੋਂ ਓਵਿਊਲਸ ਨੂੰ ਅਸੀਂ ਦੇਖੀਏ ਤਾਂ ਇਹ ਯੰਗ ਕੰਡੀਸ਼ਨ ਦੇ ਵਿੱਚ ਗ੍ਰੀਨ ਇਨ ਕਲਰ ਹੁੰਦੇ ਆ, ਪਰ ਜਿਵੇਂ ਜਿਵੇਂ ਮੈਚਿਓਰ ਹੁੰਦੇ ਆ, ਐਟ ਮੈਚਿਓਰਿਟੀ ਓਵਿਊਲਸ ਟਰਨ ਬ੍ਰਾਈਟ ਔਰੇਂਜ ਔਰ ਰੈਡਿਸ਼ ਕਲਰਡ ਐਂਡ ਬਿਕਮਸ ਫਲੈਸ਼ੀ। ਸਟਾਰਟਿੰਗ ਦੇ ਵਿੱਚ ਇਹ ਥੋੜ੍ਹੇ ਜਿਹੇ ਡਰਾਈ ਦਿਖਦੇ ਆ, ਪਰ ਮੈਚਿਓਰਿਟੀ ਵੇਲੇ ਇਹ ਫਲੈਸ਼ੀ ਹੋ ਜਾਂਦੇ ਆ। ਹੁਣ ਆਹ ਦੇਖੋ ਮੈਗਾਸਪੋਰੋਫਿਲਸ ਆ ਇਨ ਡਿਫਰੈਂਟ ਸਪੀਸ਼ੀਜ਼। ਤਾਂ ਜੇ ਮੈਗਾਸਪੋਰੋਫਿਲ ਨੂੰ 2 ਲਾਈਨਾਂ 'ਚ ਡਿਸਕ੍ਰਾਈਬ ਕਰਨਾ ਹੋਵੇ ਤਾਂ ਮੈਗਾਸਪੋਰੋਫਿਲ ਇਜ਼ ਫਲੈਟ ਲੀਫ ਲਾਈਕ ਸਟਰਕਚਰ, ਅਤੇ ਇਟ ਇਜ਼ ਡਿਫਰੈਂਸ਼ੀਏਟਡ ਇਨਟੂ 3 ਪਾਰਟਸ। ਨੀਚੇ ਜਿਹੜਾ ਹੈਗਾ ਆ ਇਹ ਪੀਟੀਓਲਰ ਪਾਰਟ ਆ, ਉਹ ਇਹ ਤੋਂ ਉੱਪਰ ਥੋੜ੍ਹਾ ਜਿਹਾ ਬਰੋਡਰ, ਪੀਟੀਓਲ ਤੋਂ ਥੋੜ੍ਹਾ ਜਿਹਾ ਬਰੋਡਰ ਫਰਟਾਈਲ ਪਾਰਟ ਹੁੰਦਾ ਆ, ਮਿਡਲ ਫਰਟਾਈਲ ਪਾਰਟ ਜਿਹਦੇ 'ਤੇ ਓਵਿਊਲਸ ਲੱਗੇ ਹੁੰਦੇ ਆ ਇਨ ਪੇਅਰਸ। ਅਤੇ ਉੱਪਰ ਜਿਹੜਾ ਆ ਇਹ ਐਪੀਕਲ ਸਟੀਰਾਈਲ ਪੋਰਸ਼ਨ ਹੁੰਦਾ ਆ। ਇਹ ਵਾਲਾ ਜਿਹੜਾ ਲੀਫੀ ਪੋਰਸ਼ਨ ਆ ਇਹ ਸਟੀਰਾਈਲ ਪੋਰਸ਼ਨ ਹੁੰਦਾ ਆ। ਔਰ ਇਹਦੀ ਡੈਂਟੇਟ ਮਾਰਜਿਨ, ਜਿਵੇਂ ਮੈਂ ਉੱਪਰ ਦੱਸਿਆ, ਮਾਰਜਿਨ ਹੋ ਸਕਦੀ ਆ, ਲੈਮੀਨਾ ਵੀ ਇਹਨੂੰ ਕਹਿੰਦੇ ਆ, ਔਰ ਪਿੰਨੇ ਵੀ ਅਸੀਂ ਇਸ ਤਰ੍ਹਾਂ ਇਹ ਡਿਵਾਈਡਡ ਹੁੰਦਾ, ਕੱਟਿਆ ਵੱਡਿਆ, ਲੋਬਡ ਪਿੰਨੇ ਕੁਝ ਵੀ ਕਹਿ ਸਕਦੇ ਹਾਂ। ਹੁਣ ਦੇਖੋ ਹਰ ਮੈਗਾਸਪੋਰੋਫਿਲ ਜਿਹੜਾ ਆ ਉਹ ਵੇਰੀ ਕਰਦਾ ਆ ਇਨ ਸਾਈਜ਼, ਸ਼ੇਪ, ਨੰਬਰ ਆਫ ਓਵਿਊਲਸ ਫਰੋਮ ਸਪੀਸ਼ੀਜ਼ ਟੂ ਸਪੀਸ਼ੀਜ਼। ਆਪਾਂ 6 ਇੰਡੀਅਨ ਸਪੀਸ਼ੀਜ਼ ਦੇਖੀਆਂ ਸੀਗੀਆਂ, ਸਾਈਕਸ, ਸਰਸੇਨੈਲਿਸ, ਰਮਫਾਈ, ਬੈਡੋਮੀ। ਤਾਂ ਇਹ ਸਾਰੇ ਜਿਹੜੇ ਮੈਗਾਸਪੋਰੋਫਿਲਸ ਆ ਇਟ ਵੇਰੀਜ਼ ਇਨ ਸ਼ੇਪ, ਸਾਈਜ਼, ਨੰਬਰ ਆਫ ਓਵਿਊਲਸ ਫਰੋਮ ਸਪੀਸ਼ੀਜ਼ ਟੂ ਸਪੀਸ਼ੀਜ਼। ਹੁਣ ਅਸੀਂ ਡਿਸਕ੍ਰਾਈਬ ਕਰਾਂਗੇ ਕੱਲਾ ਜਿਹੜਾ 1-2 ਸਪੀਸ਼ੀਜ਼ ਦੇ ਬਾਰੇ 'ਚ ਅਸੀਂ ਪੜ੍ਹਾਂਗੇ। ਮੈਗਾਸਪੋਰੋਫਿਲਸ ਹੈਗਾ ਰੈਵੋਲਿਊਟਾ ਦੇ ਵਿੱਚ, ਸਰਸੇਨੈਲਿਸ ਦੇ ਵਿੱਚ, ਰਮਫਾਈ, ਬੈਡੋਮੀ, ਪੈਕਟੀਨੇਟਾ।
ਤੇ ਹੁਣ ਬੇਟਾ ਜੇ ਅਸੀਂ ਮੈਗਾਸਪੋਰੋਫਿਲ ਦੀ ਗੱਲ ਕਰੀਏ ਕੱਲੇ ਸਪੀਸ਼ੀਜ਼ ਦੇ ਵਿੱਚ, ਤਾਂ ਮੈਗਾਸਪੋਰੋਫਿਲ ਜਿਹੜਾ ਆ 10 to 23 ਸੈਂਟੀਮੀਟਰ ਲੌਂਗ ਹੁੰਦਾ ਆ ਰੈਵੋਲੂਟਾ ਦੇ ਵਿੱਚ। ਐਪੀਕਲ ਸਟੀਰਾਈਲ ਪਾਰਟ, ਓਵੇਟ। ਹੁਣ ਉੱਪਰ ਜਿਹੜਾ ਪਾਰਟ ਆ ਥੋੜਾ ਸਟਰਕਚਰ 'ਚ ਡਿਫਰੈਂਸ ਹੋਏਗਾ। ਦੇਖੋ ਰੈਵੋਲੂਟਾ ਦਾ ਥੋੜਾ ਜਿਹਾ ਮਾਰਜਿਨ ਓਵੇਟ ਆ, ਕਿਸੇ ਦੇ ਵਿੱਚ ਨੈਰੋ ਹੋਏਗਾ, ਟਰਾਇੰਗੂਲਰ ਸ਼ੇਪਡ ਹੋਏਗਾ, ਕਿਸੇ ਦੇ ਵਿੱਚ ਹੋਰ ਥੋੜਾ ਜਿਹਾ ਫਲੈਟ ਹੋਏਗਾ ਤਾਂ ਕੋਨ ਲਾਈਕ ਹੋਏਗਾ। ਇਹ ਤੁਸੀਂ ਆ ਪੈਕਟੀਨੇਟਾ ਦੇ ਵਿੱਚ ਥੋੜਾ ਜਿਹਾ ਓਵਲ ਹੈਗਾ ਆ। ਤਾਂ ਇਹੀ ਇੱਦਾਂ ਦਾ ਹੀ ਡਿਫਰੈਂਸ ਤੁਸੀਂ ਲਿਖਣੇ ਆ। ਫਿਰ ਇਹਨਾਂ ਦਾ ਲੈਂਥ ਔਰ ਵਿਡਥ 'ਚ ਥੋੜਾ ਡਿਫਰੈਂਸ ਹੈ। ਦੇਖੋ ਸਾਰਿਆਂ 'ਚ ਲੈਂਥ ਵਿਡਥ ਜਿਹੜੀ ਆ ਉਹ ਅਲੱਗ ਆ। ਫਿਰ ਇੱਥੇ ਓਵਿਊਲਸ ਹੁਣ ਦੇਖੋ ਇਹਦੇ ਵਿੱਚ 4 ਪ੍ਰੈਜੈਂਟ ਆ, ਇਹਦੇ ਵਿੱਚ 6 ਪ੍ਰੈਜੈਂਟ ਆ। ਕਿਤੇ ਘੱਟ ਹੋਣਗੇ, ਕਿਤੇ ਵੱਧ ਹੋਣਗੇ, ਔਰ ਕਿਤੇ ਆਲਟਰਨੇਟਲੀ ਓਵਿਊਲਸ ਲੱਗੇ ਹੋਣੇ ਆ, ਕਿਤੇ ਪੈਰਲਲੀ ਲੱਗੇ ਹੁੰਦੇ ਆ। ਤਾਂ ਇਹੀ ਬਸ ਇੱਕ ਡਿਫਰੈਂਸ ਤੁਸੀਂ ਜਿਹੜਾ ਇਹਨਾਂ ਦੇ ਵਿੱਚ ਲਿਖਣਾ ਆ। ਤੇ ਹੁਣ ਐਪੀਕਲ ਜਿਹੜਾ ਇਹਦੇ ਵਿੱਚ ਰੈਵੋਲੂਟਾ ਦੇ ਵਿੱਚ ਹੁੰਦਾ ਆ ਓਵੇਟ ਲੈਂਸੀਓਲੇਟ ਸ਼ੇਪ ਦਾ ਹੁੰਦਾ ਆ। ਡਾਇਸੈਕਟਿਡ ਫਾਰਮਿੰਗ ਮੈਨੀ ਲੋਬਸ, ਔਰ ਪਿੰਨੇ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ। ਦੇਖੋ ਕਿੰਨੇ ਸਾਰੇ ਲੋਬਸ ਨਿਕਲੇ ਹੋਏ ਆ। ਆਹ ਇਹਨੂੰ ਪਿੰਨੇ ਲੋਬਸ ਕਹਿੰਦੇ ਆ। ਓਵਿਊਲ ਸੈਸਾਈਲ ਹੁੰਦੇ ਆ, ਅਟੈਚਡ along 2 lateral rows in middle fertile portion ਆ 2 rows ਦੇ ਵਿੱਚ ਦੇਖੋ ਲੱਗੇ ਹੋਏ ਆ ਇਹ, ਹੈ ਨਾ। ਔਰ ਜਿਹੜੇ ਓਵਿਊਲਸ ਆ ਇਹ 2 ਤੋਂ 12 ਹੋ ਸਕਦੇ ਆ ਇਹਦੇ ਵਿੱਚ, ਇਹ ਤੁਸੀਂ ਖਾਸ ਯਾਦ ਰੱਖਣਾ ਆ। ਔਰ ਮੈਗਾਸਪੋਰੋਫਿਲ ਜਿਹੜਾ ਆ ਕਵਰਡ ਵਿਦ ਬਰਾਊਨ ਹੇਅਰਸ। ਇੱਥੇ ਤੁਸੀਂ ਜੇ ਦੇਖੋਗੇ ਪੂਰੇ ਮੈਗਾਸਪੋਰੋਫਿਲ 'ਤੇ ਛੋਟੇ ਬਰਾਊਨ ਹੇਅਰਸ ਦਿਖਣਗੇ ਜਿਨ੍ਹਾਂ ਨੂੰ ਰਮੈਂਟਾ ਕਹਿੰਦੇ ਆ। ਗਿਵਿੰਗ ਵੂਲੀ ਅਪੀਅਰੈਂਸ, ਵੂਲ ਲਾਈਕ ਦਿਖਦਾ ਇਹ। ਫਿਰ ਜੇ ਅਸੀਂ ਸਰਸੀਨੇਲਿਸ ਦੀ ਗੱਲ ਕਰੀਏ ਤਾਂ ਉਹੀ ਡਿਫਰੈਂਸ ਪੜ੍ਹਨੇ ਆ। 50 to 20 ਸੈਂਟੀਮੀਟਰ ਲੈਂਥ, ਅਪਰ ਸਟੀਰਾਈਲ ਪਾਰਟ 7.5 ਸੈਂਟੀਮੀਟਰ ਲੌਂਗ, 2.5 ਸੈਂਟੀਮੀਟਰ ਵਾਈਡ, ਔਰ ਓਵੇਟ ਲੈਂਸੀਓਲੇਟ, ਟੇਪਰਿੰਗ ਅਪੈਕਸ। ਹੁਣ ਇਹਦੇ ਵਿੱਚ ਅਪੈਕਸ ਟੇਪਰਿੰਗ ਹੁੰਦੀ ਆ। ਲੀਫੀ ਪਾਰਟ ਰਿਡਿਊਸਡ ਹੁੰਦਾ ਆ, ਪਿੰਨੇ ਐਬਸੈਂਟ। ਹੁਣ ਇਹਦੇ ਵਿੱਚ ਦੇਖੋ ਕੋਈ ਇੱਦਾਂ ਕੱਟਿਆ ਵੱਡਿਆ ਨਹੀਂ ਹੈਗਾ, ਬਹੁਤ ਜ਼ਿਆਦਾ ਪਲੇਨ ਆ, ਸਮੂਥ ਹੈ ਇਹਦਾ ਅਪਰ ਪਾਰਟ ਜਿਹੜਾ ਹੈ। ਪਰ ਹਲਕੀ ਇੱਦਾਂ ਟੱਚ ਕਰੋਗੇ ਤਾਂ ਤੁਹਾਨੂੰ ਟੀਥ ਲਾਈਕ ਕੰਡੇ ਦਿਖੋਗੇ, ਡੈਂਟੇਟ ਮਾਰਜਿਨ। ਓਵਿਊਲਸ ਪੇਅਰਸ 'ਚ ਲੱਗੇ ਹੁੰਦੇ ਆ। ਲਾਰਜੈਸਟ ਓਵਿਊਲ ਇਹਦਾ ਪਲਾਂਟ ਦੇ ਵਿੱਚ ਹੁੰਦਾ। ਤਾਂ ਇੱਕ ਗੱਲ ਤੁਸੀਂ ਧਿਆਨ ਰੱਖਣੀ ਆ ਕਿ ਸਾਈਕਸ ਦੇ ਜਿਹੜੇ ਓਵਿਊਲਸ ਆ ਉਹ ਸਭ ਤੋਂ ਵੱਡੇ ਮੰਨੇ ਜਾਂਦੇ ਆ ਪਲਾਂਟ ਕਿੰਗਡਮ ਦੇ ਵਿੱਚ। ਫਿਰ ਨੈਕਸਟ ਰਮਫਾਈ, ਸਾਈਕਸ ਰਮਫਾਈ ਦੇ ਬਾਰੇ 'ਚ ਪੜ੍ਹਨਾ ਆ। ਇਹਦਾ ਵੀ ਮੈਗਾਸਪੋਰੋਫਿਲ 22 to 23 ਸੈਂਟੀਮੀਟਰ ਇਨ ਲੈਂਥ, ਲੌਂਗ ਬੇਸਲ ਸਟੀਰਾਈਲ ਪਿਟਿਊਲਰ ਰੀਜਨ, ਅਪਰ ਸਟੀਰਾਈਲ ਬਲੇਡ, ਓਵੇਟ ਲੈਂਸੀਓਲੇਟ। ਆਹ ਵਾਲਾ ਜਿਹੜਾ ਓਵੇਟ ਲੈਂਸੀਓਲੇਟ, ਔਰ ਰਿਡਿਊਸਡ ਪਿੰਨੇ। ਓਵਿਊਲਸ ਇਹਦੇ ਵਿੱਚ ਘੱਟ ਹੁੰਦੇ ਆ, ਬੋਰਨ ਇਨ ਪੇਅਰਸ ਔਨ ਫਰਟਾਈਲ ਮਿਡਲ ਪੋਰਸ਼ਨ। ਤਾਂ ਇਹ ਜਿਹੜੇ ਡਿਫਰੈਂਸ ਆ 3-4 ਸਪੀਸ਼ੀਜ਼ ਦੇ ਵਿੱਚ ਇਹ ਆਪਾਂ ਦੇਖੇ ਆ। ਇੱਦਾਂ ਹੀ ਤੁਸੀਂ ਡਿਸਕਰਾਈਬ ਕਰਨਾ ਹੈ। ਫਿਰ ਜਿਹੜਾ ਇਹਦੇ ਵਿੱਚ ਇੰਪੋਰਟੈਂਟ ਹੈਗਾ ਆ ਬੇਟਾ, ਇੱਕ ਸਲਾਈਡ ਇਹਦੇ ਵਿੱਚ ਮਿਸਿੰਗ ਆ, ਅਸੀਂ ਪੜ੍ਹਨਾ ਆ ਓਵਿਊਲ। ਸਾਈਕਸ ਓਵਿਊਲ ਕਿਵੇਂ ਦਾ ਹੁੰਦਾ ਆ। ਹੁਣ ਸਾਈਕਸ ਓਵਿਊਲ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਆਰਥੋਟ੍ਰੋਪਸ ਓਵਿਊਲ ਹੁੰਦਾ ਆ। ਆਰਥੋਟ੍ਰੋਪਸ ਆ ਦੇਖੋ ਮਤਲਬ ਮਾਈਕਰੋਪਾਈਲ ਤੇ ਚਾਈਲੇਜ਼ ਆ ਜਿਹੜਾ ਇਨ 1 ਲਾਈਨ ਹੁੰਦੇ ਆ, ਇਹਨੂੰ ਅਸੀਂ ਕਹਿੰਦੇ ਆ ਆਰਥੋਟ੍ਰੋਪਸ ਓਵਿਊਲ। ਹੁਣ ਇਹ ਓਵਿਊਲ ਯੂਨੀਟੈਗਮਿਕ ਹੁੰਦਾ ਆ। ਤਾਂ ਯੂਨੀਟੈਗਮਿਕ ਦਾ ਮਤਲਬ ਦੇਖੋ ਸਿੰਗਲ ਇਨਟੈਗੂਮੈਂਟ ਇਹਦੇ ਵਿੱਚ ਹੈਗੀ ਆ। ਇਨਟੈਗੂਮੈਂਟ ਮਤਲਬ ਓਵਿਊਲ ਨੂੰ ਢੱਕ ਕੇ ਰੱਖਣ ਵਾਲੀ ਮੈਂਬਰੇਨ ਇੱਕੋ ਹੀ ਹੁੰਦੀ ਆ, ਪਰ ਇਹ ਜਿਹੜੀ ਮੈਂਬਰੇਨ ਆ 3 ਲੇਅਰਸ ਦੀ ਬਣੀ ਹੁੰਦੀ ਆ, ਆਊਟਰ, ਮਿਡਲ ਤੇ ਇਨਰ। ਉਹਦੇ ਬਾਰੇ 'ਚ ਆਪਾਂ ਥੋੜ੍ਹਾ ਜਿਹਾ ਪੜ੍ਹਦੇ ਹਾਂ। ਹੁਣ ਓਵਿਊਲ ਦੇ ਪਹਿਲਾਂ ਮੈਂ ਬੇਸਿਕ ਜਿਹਾ ਸਟਰਕਚਰ ਦੱਸਦਾ ਕਿ ਇਹਦੇ ਵਿੱਚ ਸੈਂਟਰ ਦੇ ਵਿੱਚ ਨਿਊਸਿਲਸ ਹੁੰਦਾ ਆ,
ਨਿਊਸੈਲਸ ਉੱਪਰ ਸਾਈਡ ਤੇ ਇੱਕ ਬੀਕ ਲਾਈਕ ਸਟਰਕਚਰ ਫਾਰਮ ਕਰਦਾ ਜਿਹਨੂੰ ਨਿਊਸੈਲਰ ਬੀਕ ਕਹਿੰਦੇ ਆ। ਇਹਦੇ ਉੱਪਰ ਹੁੰਦਾ ਆ ਪੋਲਨ ਚੈਂਬਰ। ਇਹਦੇ ਉੱਪਰ ਛੋਟਾ ਜਿਹਾ ਪੋਲਨ ਚੈਂਬਰ ਦੇਖਿਓ ਬਣਿਆ ਹੋਣਾ ਆ। ਪੋਲਨ ਚੈਂਬਰ ਨਿਊਸੈਲਸ ਦੇ ਉੱਪਰ ਛੋਟਾ ਜਿਹਾ ਪੋਲਨ ਚੈਂਬਰ ਹੁੰਦਾ ਹੈ ਜਿਹਦੇ ਵਿੱਚ ਪੋਲਨ ਗ੍ਰੇਨਸ ਆ ਕੇ ਰਹਿੰਦੇ ਆ ਜਾਂ ਆ ਕੇ ਸਟਿਕ ਕਰਦੇ ਆ। ਹੁਣ ਜਸਟ ਬਿਲੋ ਨਿਊਸੈਲਸ ਇਹਦੇ ਵਿੱਚ ਫੀਮੇਲ ਗੈਮੀਟੋਫਾਈਟ ਡਿਵੈਲਪ ਹੁੰਦਾ ਆ। ਫੀਮੇਲ ਗੈਮੀਟੋਫਾਈਟ ਕਾਹਦਾ ਬਣਿਆ ਹੁੰਦਾ? ਆਰਕੇਗੋਨੀਅਲ ਚੈਂਬਰ ਦਾ। ਉਸ ਆਰਕੇਗੋਨੀਅਲ ਚੈਂਬਰ ਦੇ ਵਿੱਚ ਉਸ ਆਰਕੇਗੋਨੀਅਲ ਚੈਂਬਰ 'ਤੇ ਅਸੀਂ ਕਹਿ ਸਕਦੇ ਹਾਂ 2 ਆਰਕੇਗੋਨੀਆ ਜਿਹੜੇ ਆ ਉਹ ਫਾਰਮ ਹੁੰਦੇ ਆ। ਤਾਂ ਇਹਦੇ ਨਾਲ ਫੀਮੇਲ ਗੈਮੀਟੋਫਾਈਟ ਦਾ ਡਿਵੈਲਪਮੈਂਟ ਕੰਪਲੀਟ ਹੁੰਦਾ ਹੈ ਜਦੋਂ ਆਰਕੇਗੋਨੀਆ ਪੂਰੇ ਬਣ ਜਾਂਦੇ ਆ। ਆਰਕੇਗੋਨੀਆ ਦੇ ਵਿੱਚ ਐਗ ਸੈੱਲ ਹੋਏਗਾ, ਫਿਊਜ਼ਨ, ਫਰਟੀਲਾਈਜੇਸ਼ਨ, ਜ਼ਾਈਗੋਟ, ਉਹ ਹਲੇ ਅਸੀਂ ਥੋੜ੍ਹਾ ਜਿਹਾ ਬਾਅਦ 'ਚ ਪੜ੍ਹਾਂਗੇ। ਅਤੇ ਫਿਲਹਾਲ ਇੱਥੇ ਇੰਨਾ ਹੀ ਯਾਦ ਰੱਖਣਾ ਹੈ ਕਿ ਨਿਊਸੈਲਸ ਦੇ ਅੰਦਰ ਆਰਕੇਗੋਨੀਅਲ ਚੈਂਬਰ ਡਿਵੈਲਪ ਹੋਏਗਾ। ਆਰਕੇਗੋਨੀਅਲ ਚੈਂਬਰ 'ਤੇ 2 ਆਰਕੇਗੋਨੀਆ ਡਿਵੈਲਪ ਹੁੰਦੇ ਆ। ਅਤੇ ਫਿਰ ਇਹ ਜਿਹੜੀ ਇੰਟੈਗੂਮੈਂਟਸ ਆ ਨੀਚੇ ਤਾਂ ਚੈਲੇਜਲ ਪਾਰਟ ਆ। ਆ ਜਿਹੜੇ ਬਲੈਕ ਕਲਰ ਦੇ ਆ ਇਹ ਬੇਟਾ ਵੈਸਕੂਲਰ ਸਟ੍ਰੈਂਡਸ ਆ। ਇਹ ਵੈਸਕੂਲਰ ਸਟ੍ਰੈਂਡਸ ਆਉਂਦੇ ਆ ਮੈਗਾਸਪੋਰੋਫਿਲ ਤੋਂ। ਇਹਨਾਂ ਦਾ ਕੰਮ ਕੀ ਆ? ਟੂ ਪ੍ਰੋਵਾਈਡ ਮਿਨਰਲਸ, ਨਿਊਟਰੀਐਂਟਸ ਟੂ ਦਾ ਓਵਿਊਲ। ਠੀਕ ਹੈ, ਆ ਬਲੈਕ ਕਲਰ ਦੇ ਵੈਸਕੂਲਰ ਸਟ੍ਰੈਂਡਸ ਆ ਵਿਚ ਕਮਸ ਫਰੋਮ ਮੈਗਾਸਪੋਰੋਫਿਲ ਟੂ ਪ੍ਰੋਵਾਈਡ ਨਿਊਟ੍ਰੀਸ਼ਨ। ਆ ਦੇਖੋ ਜਿਹੜੀ ਇੰਟੈਗੂਮੈਂਟ ਆ, ਇੱਕ ਇੰਟੈਗੂਮੈਂਟ ਬਟ 3 ਲੇਅਰਸ 'ਚ ਡਿਵਾਈਡਡ ਆ। ਸਭ ਤੋਂ ਇਨਰ ਜਿਹੜੀ ਆ ਬਰਾਊਨ ਕਲਰ ਵਾਲੀ ਆ ਇਹ ਹੈਗੀ ਆ ਇਨਰ ਫਲੈਸ਼ੀ ਲੇਅਰ। ਔਰ ਆ ਜਿਹੜੀ ਬਲੂ ਜਿਹੀ ਆ ਵਾਲੀ ਇਹ ਹੈਗੀ ਆ ਮਿਡਲ ਸਟੋਨੀ ਲੇਅਰ ਜਿਹਨੂੰ ਸਕਲੈਰੋਟੈਸਟਾ ਵੀ ਕਹਿੰਦੇ ਆ, ਇਹ ਯਾਦ ਰੱਖਣਾ ਆ। ਔਰ ਆਊਟਰਮੋਸਟ ਲੇਅਰ ਜਿਹੜੀ ਆ ਯੈਲੋ ਕਲਰ ਵਾਲੀ ਇਹ ਸਾਰਕੋਟੈਸਟਾ ਆ। ਆਊਟਰ ਫਲੈਸ਼ੀ ਲੇਅਰ ਇਹਨੂੰ ਕਹਿੰਦੇ ਆ। ਕੰਬਾਈਨਲੀ ਅਸੀਂ ਇਹਨਾਂ ਨੂੰ ਇਨਵੈਲਪ ਕਹਿ ਸਕਦੇ ਹਾਂ, ਓਵਿਊਲ ਦੇ ਇੰਟੈਗੂਮੈਂਟਸ ਕਹਿ ਸਕਦੇ ਹਾਂ। ਅਤੇ ਇਹ ਅਸੀਂ ਹੁਣ ਤਾਂ ਜਸਟ ਇੱਕ ਡਿਵਲਪਿੰਗ ਓਵਿਊਲ ਦਾ ਸਟਰਕਚਰ ਦਿਖਾਇਆ ਕਿ ਅੰਦਰ ਗੈਮੀਟੋਫਾਈਟ ਹੁੰਦਾ, ਬਾਹਰ ਸਕਲੈਰੋਟੈਸਟਾ, ਸਾਰਕੋਟੈਸਟਾ, ਆਊਟਰ ਲੇਅਰ, ਇਹੀ ਇਹਦੇ ਵਿੱਚ ਲਿਖਿਆ ਹੋਇਆ ਆ। ਅਤੇ ਇਹਨੂੰ ਤੁਸੀਂ ਪੜ੍ਹ ਲਿਓ। ਫਿਰ ਬੇਟਾ ਨੈਕਸਟ ਅਸੀਂ ਜਿਹੜਾ ਮੇਨ ਹੈਗਾ ਆ ਉਹ ਸਾਡਾ ਹੈਗਾ ਆ ਡਿਵਲਪਮੈਂਟ ਆਫ ਓਵਿਊਲ। ਡਿਵਲਪਮੈਂਟ ਆਫ ਓਵਿਊਲ ਜਿਹੜਾ ਆ ਉਹ ਵੈਰੀ ਇੰਪੋਰਟੈਂਟ ਆ। ਜਿਵੇਂ ਅਸੀਂ ਪਿੱਛੇ ਪੜ੍ਹਿਆ ਸੀਗਾ ਮਾਈਕਰੋਸਪਰੈਂਜੀਅਮ ਦੇ ਵਿੱਚ, ਇਹਦੇ ਵਿੱਚ ਵੀ ਡਿਵਲਪਮੈਂਟ ਆਫ ਓਵਿਊਲ ਜਿਹੜਾ ਆ ਯੂਸਪ੍ਰੈਂਜੀਏਟ ਹੁੰਦਾ ਆ। ਯੂਸਪ੍ਰੈਂਜੀਏਟ ਟਾਈਪ ਦਾ ਮਤਲਬ ਹੁੰਦਾ ਹਾਈਪੋਡਰਮਲ ਸੈਲਸ ਕੋਰਟੈਕਸ ਤੋਂ ਹੀ ਇੱਕ ਤਰ੍ਹਾਂ ਦਾ ਓਰੀਜਨ ਹੁੰਦਾ ਆ। ਤਾਂ ਮੈਗਾਸਪੋਰੋਫਿਲ ਦੇ ਵਿੱਚ ਗਰੁੱਪ ਆਫ ਇਨੀਸ਼ੀਅਲ ਸੈੱਲ ਮਤਲਬ 4 ਤੋਂ 6 ਸੈੱਲ ਜਿਹੜੇ ਆ ਉਹ ਡਿਵਾਈਡ ਹੁੰਦੇ ਆ ਮੈਗਾਸਪੋਰੋਫਿਲ ਦੀ ਐਕਸਿਸ 'ਤੇ। ਅਤੇ ਇਹ ਡਿਵਾਈਡ ਔਰ ਰੀਡਿਵਾਈਡ ਮੀਨਸ ਆ ਜਿੱਦਾਂ ਮੈਗਾਸਪੋਰੋਫਿਲ ਇਹਦੇ ਅੰਦਰੋਂ ਆ ਸੈੱਲ ਜਿਹੜੇ ਆ ਇਨੀਸ਼ੀਅਲ ਸੈੱਲਸ ਕਹਿਲਾਉਂਦੇ, ਇਹ ਡਿਵਾਈਡ ਰੀਡਿਵਾਈਡ ਹੋ ਕੇ ਪੂਰਾ ਇੱਕ ਸਟਰਕਚਰ ਫਾਰਮ ਕਰਦੇ ਆ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਸੈਲਸ। ਹੁਣ ਇਹ ਜਿਹੜੇ ਨਿਊਸੈਲਸ ਆ ਜਾਂ ਕਹਿ ਲਓ ਇੱਕ ਆਊਟ ਗਰੋਥ ਡਿਵੈਲਪ ਹੁੰਦੀ ਆ ਜਿਹਨੂੰ ਕਹਿੰਦੇ ਆ ਨਿਊਸੈਲਸ। ਸੇਮ ਟਾਈਮ 'ਤੇ ਕੀ ਹੋਣਾ ਆ ਜਿਹੜੇ ਐਡਜਸੈਂਟ ਸੈਲਸ ਆ, ਸੈਕਿੰਡ ਡਾਇਗਰਾਮ 'ਚ ਦੇਖੋ ਨਿਊਸੈਲਸ ਦੇ ਥੱਲੇ ਵਾਲੇ ਜਿਹੜੇ ਨੇਬਰਿੰਗ ਸੈਲਸ ਆ ਉਹਨਾਂ ਨੇ ਡਿਵਾਈਡ ਹੋਣਾ ਸ਼ੁਰੂ ਹੋਣਾ ਆ ਅਤੇ ਇਹਨਾਂ ਨੇ ਇੱਕ ਲੇਅਰ ਫਾਰਮ ਕਰਨੀ ਹੈ ਜਿਹਨੂੰ ਆਪਾਂ ਕਹਿੰਦੇ ਆ ਆਊਟ ਗਰੋਥ। ਇਸ ਆਊਟ ਗਰੋਥ ਨੇ ਦੇਖੋ ਆ ਨਿਊਸੈਲਸ ਨੂੰ ਸਾਰਾ ਢੱਕਿਆ ਹੋਣਾ ਆ ਬਟ ਇੱਕ ਪੁਆਇੰਟ 'ਤੇ ਇਹਨੇ ਜੋੜਨਾ ਨਹੀਂ ਹੈਗਾ, ਨਹੀਂ ਢੱਕਣਾ ਨਿਊਸੈਲਸ ਨੂੰ, ਉਹਨੂੰ ਅਸੀਂ ਕਹਿੰਦੇ ਹਾਂ ਮਾਈਕਰੋਪਾਈਲ। ਹੁਣ ਸਟਾਰਟਿੰਗ ਦੇ ਵਿੱਚ ਆ ਦੇਖਿਓ ਜਦੋਂ ਬਣੂਗੀ ਨਿਊਸੈਲਸ ਔਰ ਇੰਟੈਗੂਮੈਂਟ ਫ੍ਰੀ ਹੁੰਦੇ ਆ ਆਪਸ 'ਚ ਥੱਲੇ ਤੋਂ ਵੀ, ਪਰ ਜਦੋਂ ਇਹਨੇ ਪੂਰਾ ਬਣ ਜਾਣਾ ਆ ਤਾਂ ਥੱਲੇ ਤੋਂ ਚੈਲੇਜਲ ਵਾਲੇ ਪਾਰਟ ਤੋਂ ਨਿਊਸੈਲਸ ਔਰ ਇੰਟੈਗੂਮੈਂਟ ਆਪਸ 'ਚ ਜੁੜ ਜਾਣੇ ਆ। ਕਿਉਂਕਿ ਇੰਟੈਗੂਮੈਂਟ ਇੱਕੋ ਹੀ ਹੁੰਦੀ ਆ, ਉਹ ਤਾਂ ਸਾਨੂੰ ਜੇ ਇੱਦਾਂ ਦੇਖੀਏ ਤਾਂ ਨਿਊਸੈਲਸ ਦੀ ਲੇਅਰ ਦਿਖਦੀ ਆ, ਪਰ ਆ ਦੇਖੋ ਇੰਟੈਗੂਮੈਂਟ ਇੱਕੋ ਹੀ ਆ, ਤਾਂ ਹੀ ਕਰਕੇ ਆਪਾਂ ਇਹਨੂੰ ਯੂਨੀਟੈਗਮਿਕ ਕਿਹਾ ਆ।
ਹੁਣ ਕੀ ਹੋਣਾ ਆ, ਨਿਊਸਲਸ ਵੀ ਬਣ ਗਿਆ, ਇੰਟੈਗੂਮੈਂਟ ਵੀ ਬਣ ਗਿਆ। ਤਾਂ ਇਹਦੇ ਵਿੱਚ ਜਿਹੜੀ ਆਹ ਮਾਈਕਰੋਪਾਈਲ ਉੱਪਰ ਬਣਿਆ ਆ, ਇਹਨੂੰ ਤੁਸੀਂ ਦੇਖੋਗੇ ਤਾਂ ਇਹ ਵੀ ਸਾਨੂੰ ਟਿਊਬ ਲਾਈਕ ਸਟਰਕਚਰ ਦੇਖੋਗੇ, ਇੰਟੈਗੂਮੈਂਟ ਨਾਲ ਜੁੜੀ ਹੋਈ ਹੁੰਦੀ ਹੈ। ਹੁਣ ਕੀ ਹੋਣਾ ਆ, ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਨਿਊਸਲਸ ਅਤੇ ਇੰਟੈਗੂਮੈਂਟ, ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪਹਿਲਾਂ ਫ੍ਰੀ ਹੁੰਦੇ ਆ, ਫਿਰ ਬਾਅਦ 'ਚ ਫਿਊਜ਼ਨ ਹੋ ਜਾਂਦੇ ਆ ਚੈਲੇਂਜਰ ਐਂਡ ਵੱਲ। ਅਪੈਕਸ ਜਿਹੜਾ ਨਿਊਸਲਸ ਦਾ ਆ, ਉਹ ਐਂਟਰ ਕਰਦਾ ਆ ਇੱਕ ਇਨਟੂ ਮਾਈਕਰੋਪਾਈਲਰ ਟਿਊਬ ਅਤੇ ਫਾਰਮ ਕਰਦਾ ਨਿਊਸਲਰ ਬੀਕ। ਇਹ ਤਾਂ ਆਪਾਂ ਦੇਖਿਆ ਹੀ ਆ ਕਿ ਆ ਜਿਹੜਾ ਅਪੈਕਸ ਆ ਸੈਂਟਰ 'ਚ ਨਿਊਸਲਸ ਆ, ਇਹਦੀ ਅਪੈਕਸ ਜਿਹੜੀ ਆ ਇਹ ਪ੍ਰੋਜੈਕਟ ਕਰਦੀ ਆ ਮਾਈਕਰੋਪਾਈਲਰ ਟਿਊਬ ਦੇ ਵਿੱਚ ਅਤੇ ਇੱਕ ਬੀਕ ਲਾਈਕ ਸਟਰਕਚਰ ਫਾਰਮ ਕਰ ਲੈਂਦੀ ਆ। ਕੁਛ ਅੱਪਰ ਸੈੱਲ ਆਫ ਨਿਊਸਲਰ ਬੀਕ ਜਿਹੜੇ ਆ ਉਹ ਟੁੱਟ ਜਾਂਦੇ ਆ ਅਤੇ ਫਾਰਮ ਕਰਦੇ ਆ ਫਲਾਸਕ ਸ਼ੇਪਡ ਕੈਵਿਟੀ, ਛੋਟੀ ਜਿਹੀ ਇੱਕ ਕੈਵਿਟੀ ਫਾਰਮ ਕਰਦੇ ਆ, ਜਿਹਨੂੰ ਆਪਾਂ ਕਹਿੰਦੇ ਪੋਲਨ ਚੈਂਬਰ, ਵੇਅਰ ਪੋਲਨ ਗ੍ਰੇਨਸ ਜਰਮੀਨੇਟ ਆਫਟਰ ਪੋਲੀਨੇਸ਼ਨ। ਤਾਂ ਆਹ ਦੇਖੋ, ਆਹ ਨਿਊਸਲਰ ਬੀਕ ਸੀਗੀ, ਇਹ ਇੱਦਾਂ ਇੱਕ ਕੈਵਿਟੀ ਫਾਰਮ ਕਰਨੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਪੋਲਨ ਚੈਂਬਰ। ਇਹਦੇ ਵਿੱਚ ਪੋਲਨ ਗ੍ਰੇਨਸ ਆ ਕੇ ਡਿੱਗਦੇ ਆ ਅਤੇ ਜਰਮੀਨੇਟ ਕਰਦੇ ਆ। ਫਿਰ ਬੇਟਾ ਨੈਕਸਟ ਹੈਗਾ ਆ ਕਿ ਜਿਹੜੇ ਇੰਟੈਗੂਮੈਂਟ ਆ ਉਹ ਡਿਫਰੈਂਸ਼ੀਏਟ ਇਨਟੂ 3 ਲੇਅਰਸ। ਇਹ ਆਪਾਂ ਪੜ੍ਹ ਲਿਆ, ਵੈਸਕੂਲਰ ਸਪਲਾਈ ਮੈਗਾਸਪੋਰੋਫਿਲ ਤੋਂ ਆਉਂਦੀ ਹੈ, ਉਹ ਬਲੈਕ ਕਲਰ ਦੇ ਸਟ੍ਰੈਂਡਸ ਦੇਖੇ ਸੀ, ਇਹ ਵੀ ਠੀਕ ਹੈ। ਹੁਣ ਕੀ ਹੋਣਾ ਆ ਕਿ ਜਿਹੜਾ ਡੀਪਲੀ ਸਿਚੁਏਟਡ ਨਿਊਸਲਸ ਦਾ ਕੋਈ ਵੀ ਇੱਕ ਸੈੱਲ ਜਿਹੜਾ ਆ ਉਹਨੇ ਵੱਡਾ ਹੋਣਾ ਆ ਸਾਈਜ਼ ਦੇ ਵਿੱਚ, ਉਹਦੇ ਵਿੱਚ ਜਿਹੜਾ ਨਿਊਕਲੀਅਸ ਆ ਉਹਨੇ ਵੀ ਵੱਡਾ ਹੋਣਾ ਆ, ਅਤੇ ਜਿੰਨਾ ਵੀ ਉਹਦੇ ਵਿੱਚ ਸਾਈਟੋਪਲਾਜ਼ਮ ਭਰਿਆ ਹੋਣਾ ਆ ਉਹ ਡੈਂਸ ਹੋਰ ਜ਼ਿਆਦਾ ਥਿਕ ਹੋ ਜਾਣਾ ਆ ਅਤੇ ਗੈਟਸ ਡਿਫਰੈਂਸ਼ੀਏਟਡ ਇਨਟੂ ਫੰਕਸ਼ਨਲ ਮੈਗਾਸਪੋਰ ਮਦਰ ਸੈੱਲ। ਹੁਣ ਇਹ ਫੰਕਸ਼ਨਲ ਮੈਗਾਸਪੋਰ ਮਦਰ ਸੈੱਲ, ਇਹਦੇ ਵਿੱਚ ਇਹਨੇ ਇਲੋਂਗੇਟ ਹੋਣਾ ਆ, ਡਿਵਾਈਡ ਕਰਨਾ ਆ ਬਾਏ ਮੀਓਸਿਸ। ਫਸਟ ਮੀਓਸਿਸ ਜਿਹੜੀ ਆ ਰਿਡਕਸ਼ਨਲ ਟ੍ਰਾਂਸਫਰਸ ਹੋਏਗੀ, ਸੈਕਿੰਡ ਮੀਓਸਿਸ ਵੀ ਟ੍ਰਾਂਸਫਰਸ ਹੋਏਗੀ ਅਤੇ ਰਿਜ਼ਲਟਿੰਗ ਇਨ ਦਾ ਫਾਰਮੇਸ਼ਨ ਆਫ ਲੀਨੀਅਰ ਰੋ ਆਫ 4 ਹੈਪਲੋਇਡ ਸੈੱਲਸ। ਹੁਣ ਜਿਹੜੇ ਅੱਪਰ 3 ਸੈੱਲਸ ਹੋਣੇ ਆ ਇਹਨਾਂ 'ਚੋਂ ਇਹ ਡੀਜਨਰੇਟ ਹੋ ਜਾਣੇ ਆ, ਅਤੇ ਥੱਲੇ ਵਾਲਾ ਜਿਹੜਾ ਸੈੱਲ ਆ ਉਹ ਫੰਕਸ਼ਨਲ ਰਹੇਗਾ, ਉਹਨੂੰ ਆਪਾਂ ਕਹਿੰਦੇ ਹਾਂ ਮੈਗਾਸਪੋਰ, ਫੰਕਸ਼ਨਲ ਮੈਗਾਸਪੋਰ। ਹੁਣ ਮੈਗਾਸਪੋਰ ਜਿਹੜਾ ਆ ਫਸਟ ਸੈੱਲ ਆਫ ਗੈਮੀਟੋਫਿਟਿਕ ਜਨਰੇਸ਼ਨ ਹੁੰਦਾ ਆ, ਇਹ ਹਲੇ ਧਸਿਆ ਆ ਹੁੰਦਾ ਆ ਜਾਂ ਪ੍ਰੈਜੈਂਟ ਹੁੰਦਾ ਇਨਸਾਈਡ ਦਾ ਨਿਊਸਲਸ, ਅਤੇ ਉੱਥੇ ਹੀ ਇਹ ਫੀਮੇਲ ਗੈਮੀਟੋਫਾਈਟ ਦੇ ਵਿੱਚ ਡਿਵੈਲਪ ਹੁੰਦਾ ਆ। ਫੀਮੇਲ ਗੈਮੀਟੋਫਾਈਟ ਕਦੋਂ ਬਣਨਾ ਆ, ਜਦੋਂ ਆਰਕੇਗੋਨੀਆ ਪੂਰਾ ਡਿਵੈਲਪ ਹੋ ਜਾਣਾ ਆ। ਤਾਂ ਮੈਂ ਇੱਕ ਵਾਰੀ ਤੁਹਾਨੂੰ ਡਾਇਗਰਾਮ ਤੋਂ ਦੱਸ ਦਿੰਦੀ ਹਾਂ ਕਿ ਅਸੀਂ ਪੜ੍ਹਿਆ ਆ, ਅਸੀਂ ਦੇਖਿਆ ਆ ਕਿ ਇਹਦੇ ਵਿੱਚ ਨਿਊਸਲਸ ਦਾ ਕੋਈ ਵੀ ਇੱਕ ਸੈੱਲ ਡਿਵਾਈਡ ਹੋ ਕੇ ਥੋੜ੍ਹਾ ਜਿਹਾ ਸਾਈਜ਼ 'ਚ ਵੱਡਾ ਹੁੰਦਾ ਆ, ਉਹਦੇ ਅੰਦਰ ਨਿਊਕਲੀਅਸ ਦਾ ਸਾਈਜ਼ ਵੀ ਵੱਧਦਾ ਆ, ਜਿਹੜਾ ਸਾਈਟੋਪਲਾਜ਼ਮ ਆ ਉਹ ਵੀ ਥਿਕ ਹੁੰਦਾ ਆ, ਡੈਂਸ ਹੋ ਜਾਂਦਾ ਆ, ਅਤੇ ਇਹ ਡਿਫਰੈਂਸ਼ੀਏਟ ਹੋ ਜਾਂਦਾ ਹੈ ਇਨਟੂ ਮੈਗਾਸਪੋਰ ਮਦਰ ਸੈੱਲ। ਹੁਣ ਮੈਗਾਸਪੋਰ ਮਦਰ ਸੈੱਲ ਜਿਹੜਾ ਆ ਇਹਦੇ ਵਿੱਚ ਮੀਓਸਿਸ ਹੁੰਦੀ ਆ, ਔਰ ਮੀਓਸਿਸ ਹੋ ਕੇ ਪਹਿਲਾ ਮੀਓਸਿਸ ਹੋਏਗੀ, 2 ਸੈੱਲ ਫਾਰਮ ਹੋਣੇ ਆ, ਔਰ ਦੋਨੋਂ ਜਿਹੜੇ ਇੱਕ ਦੂਸਰੇ ਦੇ ਉੱਪਰ ਅਰੇਂਜਡ ਹੋਣੇ ਆ। ਫਿਰ ਮੀਓਸਿਸ ਹੋਣੀ ਆ, ਉਹ 'ਚ ਵੀ ਟ੍ਰਾਂਸਵਰਸ ਡਿਵੀਜ਼ਨ ਹੋਣੀ ਆ, ਤਾਂ 4 ਸੈੱਲ ਫਾਰਮ ਹੋ ਜਾਣੇ ਆ, ਇੱਕ ਦੂਸਰੇ ਦੇ ਉੱਪਰ ਅਰੇਂਜਡ ਹੋਣੇ ਆ ਇਨ ਰੋ, ਹਰ ਕੋਲ ਆਪਣਾ ਆਪਣਾ ਨਿਊਕਲੀਅਸ ਹੋਣਾ ਆ। ਜਿਹੜੇ ਉੱਪਰਲੇ 3 ਸੈੱਲ ਹੋਣੇ ਆ ਉਹ ਤਾਂ ਡੀਜਨਰੇਟ ਹੋ ਜਾਣੇ ਆ, ਕਿਉਂਕਿ ਉਹਨਾਂ ਨੇ ਨਿਊਟ੍ਰੀਸ਼ਨ ਦੇਣਾ ਆ ਟੂ ਦਿਸ ਡਿਵਲਪਿੰਗ ਮੈਗਾਸਪੋਰ ਮਦਰ ਸੈੱਲ। ਜਿਹੜਾ ਆ ਲਾਸਟ ਵਾਲਾ ਸੀਗਾ ਮੈਗਾਸਪੋਰ ਨੂੰ ਸੌਰੀ ਲਾਸਟ ਵਾਲਾ ਜਿਹੜਾ ਸੈੱਲ ਆ ਉਹਨੇ ਰਹਿਣਾ ਆ ਐਸਾ ਫੰਕਸ਼ਨਲ ਮੈਗਾਸਪੋਰ। ਹੁਣ ਇਹ ਮੈਗਾਸਪੋਰ ਹਲੇ ਆ ਦੇਖੋ ਇਹਦੇ ਨਿਊਸਲਸ ਦੇ ਅੰਦਰ ਹੀ ਆ, ਇੱਥੇ ਹੀ ਇਹ ਸਾਰਾ ਡਿਵਲਪਮੈਂਟ, ਆਹ ਵਾਲਾ ਡਿਵਲਪਮੈਂਟ ਨਿਊਸਲਸ ਦੇ ਅੰਦਰ ਹੀ ਹੋਣਾ ਆ,
ਤੇ ਫਿਰ ਬਾਅਦ 'ਚ ਕੀ ਬਣ ਜਾਣਾ ਆ, ਫੀਮੇਲ ਗੈਮੀਟੋਫਾਈਟ। ਇਹ ਵਾਲਾ ਮੈਗਾਸਪੋਰ ਜਿਹੜਾ ਆ ਫੰਕਸ਼ਨਲ, ਇਟ ਵਿਲ ਬੀ ਦਾ ਫਰਸਟ ਸੈਲ ਆਫ ਫੀਮੇਲ ਗੈਮੀਟੋਫਾਈਟ। ਇਹਨੂੰ ਫੀਮੇਲ ਗੈਮੀਟੋਫਾਈਟ ਨੂੰ ਅਸੀਂ ਐਂਡੋਸਪਰਮ ਵੀ ਕਹਿੰਦੇ ਆ। ਇਹ ਖਾਸ ਧਿਆਨ ਰੱਖਣਾ, ਫੀਮੇਲ ਗੈਮੀਟੋਫਾਈਟ ਨੂੰ ਐਂਡੋਸਪਰਮ ਵੀ ਕਹਿੰਦੇ ਆ। ਔਰ ਫੀਮੇਲ ਗੈਮੀਟੋਫਾਈਟ ਹੁਣ ਮੈਗਾਸਪੋਰ ਬਣਿਆ, ਮੈਗਾਸਪੋਰ ਤੋਂ ਕੀ ਬਣਨਾ ਆ, ਫੀਮੇਲ ਗੈਮੀਟੋਫਾਈਟ। ਫੀਮੇਲ ਗੈਮੀਟੋਫਾਈਟ ਕੀ ਹੁੰਦਾ ਆ, ਡਿਵੈਲਪਮੈਂਟ ਆਫ ਆਰਕੇਗੋਨੀਆ। ਆਰਕੇਗੋਨੀਆ ਦੇ ਅੰਦਰ ਐਗ ਸੈੱਲ ਹੋਏਗਾ, ਜਦੋਂ ਇਹ ਬਣ ਗਿਆ ਮਤਲਬ ਫੀਮੇਲ ਗੈਮੀਟੋਫਾਈਟ ਬਣ ਗਿਆ। ਤੇ ਉਧਰੋਂ ਮੇਲ ਗੈਮੀਟੋਫਾਈਟ ਬਣੂਗਾ, ਉਹਦੇ ਅੰਦਰ ਐਂਥੀਰੋਜ਼ੋਇਡਸ ਬਣਨਗੇ। ਐਂਥੀਰੋਜ਼ੋਇਡਸ ਇੱਥੇ ਪਹੁੰਚ ਕੇ ਐਗ ਸੈੱਲ ਨਾਲ ਫਿਊਜ਼ਨ, ਫਰਟੀਲਾਈਜੇਸ਼ਨ, ਜ਼ਾਈਗੋਟ, ਉਹ ਵਾਲਾ ਪ੍ਰੋਸੈਸ ਜਿਹੜਾ ਉਹ ਸੇਮ ਰਹਿਣਾ ਹੈ। ਇਹਦੇ ਵਿੱਚ ਇੰਨਾ ਹੀ ਬੇਟਾ। ਫਿਰ ਕੱਲ੍ਹ ਨੂੰ ਅਸੀਂ ਪੜ੍ਹਾਂਗੇ ਫੀਮੇਲ ਐਂਡ ਮੇਲ ਗੈਮੀਟੋਫਾਈਟ, ਤੇ ਫਿਰ ਫਰਟੀਲਾਈਜੇਸ਼ਨ, ਫਿਊਜ਼ਨ, ਲਾਈਫ ਸਾਈਕਲ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।